जी आनू जी, तुसी देख रहे हो विरासत टीवी ते प्रोग्राम देसी गल्लां विच आप सब दा बहुत बहुत स्वागत है। मैं सिद्धू ते मेरे नाल ने भैन कीमत ढिल्लों। सत श्री अकाल जी। भैणे अज दे प्रोग्राम बारे थोड़ा जिहा जरूर दस्सिओ। ਅੱਜ ਵੇਖੋ ਅਰਛਾ ਆਪਾਂ ਗੱਲ ਕਰਾਂਗੇ ਰਿਸ਼ਤਿਆਂ ਤੇ ਹਨਾ ਵੀ ਕਿਹੜੇ ਆਪਣੇ ਖੂਨ ਦੇ ਰਿਸ਼ਤੇ ਤੇ ਕਿਹੜੇ ਆਪਣੇ ਮੂੰਹ ਰਿਸ਼ਤੇ। ਜੀ ਜਿਵੇਂ ਹੁਣ ਆਪਾਂ ਰਿਸ਼ਤਿਆਂ ਨੂੰ ਲੈ ਲਈਏ ਭੈਣੇ ਹਨਾ ਵੀ ਜਿਵੇਂ ਪੈਸਾ ਕਮਾਉਣਾ ਔਖਾ ਗਾ ਹਨਾ ਤੇ ਗਵਾ ਆਪਾਂ ਮਿੰਟੋ ਮਿੰਟ ਹੀ ਦਿੰਨੇ ਆ, ਉਵੇਂ ਮੈਨੂੰ ਲੱਗਦਾ ਰਿਸ਼ਤੇ ਆ ਜੇ ਆਪਾਂ ਕਮਾਉਣੇ ਹੋਣ ਤਾਂ ਆਪਾਂ ਨੂੰ ਬਹੁਤ ਔਖੇ ਲੱਗਣ, ਪਰ ਆਪਾਂ ਗਵਾਉਣ ਲੱਗੇ ਜੇ ਕਿਸੇ ਨੂੰ ਇੱਕ ਮਾੜੀ ਜੀ ਗੱਲ ਵੀ ਕਹਿਤੀ ਹਨਾ ਤਾਂ ਆਪਣਾ ਅੱਜ ਦੇ ਟਾਈਮ ਦੇ ਵਿੱਚ ਰਿਸ਼ਤਾ ਉਹਦੀ ਟੁੱਟ ਜਾਂਦਾ। ਹੁਣ ਰਿਸ਼ਤੇ ਜਿਹੜੇ ਖੂਨ ਦੇ ਰਿਸ਼ਤੇ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਵੇਂ ਮਾਂ ਬਾਪ ਦਾ ਹੋ ਗਿਆ ਹਨਾ ਜਾਂ ਆਪਣੇ ਭੈਣਾਂ ਭੈਣਾਂ ਦੇ ਹੋ ਜਾਂਦੇ ਆ, ਭੈਣ ਭਰਾ ਹੋ ਗਿਆ, ਮਾਂ ਧੀ ਦਾ ਹੋ ਗਿਆ, ਪਿਓ ਪੁੱਤ ਦਾ ਹੋ ਗਿਆ, ਮਤਲਬ ਇਹ ਰਿਸ਼ਤੇ ਆ ਜਿਹੜੇ ਇੰਨੇ ਜ਼ਿਆਦਾ ਅਨਮੋਲ ਆ ਹਨਾ ਤੇ ਪਰ ਹੁਣ ਇਹਨਾਂ ਦੇ ਵਿੱਚ ਜਿਹੜਾ ਇੱਕ ਆਪਾਂ ਕਹਿੰਦੀ ਗੈਪ ਪੈਣ ਲੱਗ ਗਿਆ। ਹੁਣ ਤੁਸੀਂ ਦੇਖੋ ਜਿਹੜਾ ਮਾਂ ਧੀ ਦਾ ਰਿਸ਼ਤਾ ਉਹ ਕਿੰਨਾ ਵਧੀਆ, ਮਤਲਬ ਦੁੱਖ ਸੁੱਖ 'ਚ ਹਰ ਸਮੇਂ ਉਹ ਇੱਕ ਦੂਜੇ ਦੇ ਕੰਮ ਆਉਂਦੀ ਆ ਹਨਾ। ਇੱਕ ਧੀ ਆ ਜਿਹੜੀ ਉਹ ਆਪਦਾ ਦੁੱਖ ਹੋਰ ਕਿਸੇ ਨੂੰ ਨਹੀਂ ਦੱਸਦੀ ਹੈਗੀ ਇੱਕ ਮਾਂ ਤੋਂ ਇਲਾਵਾ। ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਧੀ ਹੁੰਦੀ ਆ ਮਾਂ ਹਮੇਸ਼ਾ ਉਹਦੇ 'ਚ ਆਪਦਾ ਬਚਪਨ ਦੇਖਦੀ ਆ ਹਨਾ। ਤਾਂ ਵੀ ਹੁਣ ਮਾਂ ਧੀ ਦਾ ਰਿਸ਼ਤਾ ਜਿਹੜਾ ਉਹ ਵੀ ਬਹੁਤ ਬਦਲ ਗਿਆ। ਬਿਲਕੁਲ ਅਰਸ਼, ਜਿਵੇਂ ਮਾਂ ਧੀ ਦਾ ਰਿਸ਼ਤਾ ਤੁਸੀਂ ਕਹੇ ਤੇ ਬਹੁਤ ਵਧੀਆ ਰਿਸ਼ਤਾ ਹੁੰਦਾ ਹਨਾ। ਮਾਵਾਂ ਧੀਆਂ ਦਾ ਇੱਕ ਵਿੱਚ ਮੈਂ ਪੜਦਾ ਹੁੰਦਾ ਹਨਾ। ਧੀ ਨੂੰ ਕੋਈ ਵੀ ਕੋਈ ਲੋੜ ਹੋਵੇ, ਕੋਈ ਵੀ ਗੱਲਬਾਤ ਕਰਨੀ ਹੋਵੇ, ਧੀ ਨੇ ਕੋਈ ਚੀਜ਼ ਵੀ ਲੈਣੀ ਤੇ ਉਹਨੇ ਪਹਿਲਾਂ ਆਪਦੀ ਮਾਂ ਨੂੰ ਕਹਿਣਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਹਨਾ। ਤੇ ਮਾਂ ਨੂੰ ਵੀ ਐ ਹੁੰਦਾ ਵੀ ਮੈਂ ਆਪਦੀ ਧੀ ਨੂੰ ਦੇਵਾਂ ਹਨਾ। ਤੇ ਹੁਣ ਵਾਲੇ ਟਾਈਮ 'ਚ ਤਾਂ ਵੇਖੋ ਜਿਵੇਂ ਧੀਆਂ ਵਿਆਹੀਆਂ ਜਾਂਦੀਆਂ ਤੇ ਮਾਵਾਂ ਫੋਨ ਤੇ ਵੀ ਗੱਲਬਾਤ ਕਰ ਲੈਂਦੀਆਂ ਹਨਾ। ਤੇ ਪਹਿਲਾਂ ਵਾਲਾ ਟਾਈਮ ਜਦੋਂ ਹੁੰਦਾ ਸੀ ਤੇ ਉਦੋਂ ਫੋਨ ਵੀ ਨਹੀਂ ਸੀ ਹੁੰਦੇ ਤੇ ਜਦੋਂ ਧੀਆਂ ਸਹੁਰਿਆਂ ਤੋਂ ਆਉਂਦੀਆਂ ਤੇ ਫਿਰ ਉਦੋਂ ਹੀ ਮਾਵਾਂ ਧੀਆਂ ਵਿੱਚ ਮੈਂ ਦੁੱਖ ਸੁੱਖ ਕਰਦੀਆਂ ਹੁੰਦੀਆਂ ਸੀ ਹਨਾ। ਤੇ ਜਦੋਂ ਰਾਤ ਨੂੰ ਅੱਗੇ ਕਹਿ ਦਿੰਦੇ ਗੱਲਾਂ ਕਰਨ ਬਹਿ ਜਾਂਦੀਆਂ ਮਾਵਾਂ ਧੀਆਂ ਤੇ ਸਾਰੀ ਰਾਤ ਲੰਘ ਜਾਂਦੀ ਸੀ ਤੇ ਤਾਰਿਆਂ ਦੇ ਉੱਪਰ ਕਹਿੰਦੇ ਸੀ ਇਧਰਲੇ ਪਾਸੇ ਤੇ ਇਧਰਲੇ ਪਾਸੇ ਹੋ ਜਾਂਦੇ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਦੋਂ ਦਿਨ ਚੜ੍ਹਦਾ ਹਨਾ। ਤੇ ਵੀ ਮਾਵਾਂ ਧੀਆਂ ਦੀ ਇੱਕ ਸਕੀਰੀ ਇਹ ਜੀ ਹੈਗੀ। ਮਾਵਾਂ ਧੀਆਂ ਇੰਨਾ ਵਿੱਚ ਮੇ ਦੋਨੇ ਦੁੱਖ ਸੁੱਖ ਫਰੋਲਦੀਆਂ ਹੁੰਦੀਆਂ ਸੀਗੀਆਂ ਹਨਾ। ਤੇ ਧੀ ਨੂੰ ਵੀ ਐ ਹੁੰਦਾ ਸੀ ਵੀ ਜਿਹੜਾ ਗੱਲਬਾਤ ਆਪਦੀ ਮਾਂ ਨਾਲ ਕਰਨੀ ਤੇ ਉਸੇ ਟਾਈਮ ਆ ਕੇ ਉਹਦੀ ਕਰਦੀ ਹੁੰਦੀ ਸੀ। ਤੇ ਹੁਣ ਦੇ ਟਾਈਮ 'ਚ ਸੌਖਾ ਆਪਾਂ ਫੋਨਾਂ ਤੇ ਵੀ ਗੱਲਬਾਤ ਕਰ ਲੈਂਦੇ ਆ। ਤੇ ਮਾਂ ਜਦੋਂ ਬੁੱਢੀ ਹੋ ਜਾਂਦੀ ਹੈ ਨਾ ਤੇ ਉਦੋਂ ਫਿਰ ਜਿਹੜਾ ਉਹਨੇ ਢਿੱਡ ਹੌਲਾ ਕਰਨਾ ਹੁੰਦਾ, ਆਪਦਾ ਦੁੱਖ ਸੁੱਖ ਕਰਨਾ ਹੁੰਦਾ, ਉਹ ਵੀ ਫਿਰ ਉਸ ਟਾਈਮ ਆਪਦੀ ਧੀ ਕੋਲੇ ਕਰਦੀ ਹੈ ਕਿਉਂਕਿ ਪੁੱਤ ਵੀ ਵੱਡਾ ਹੋ ਜਾਂਦਾ, ਫਿਰ ਨੂੰਹ ਵੀ ਆ ਜਾਂਦੀ ਹੁੰਦੀ ਹੈ ਹਨਾ। ਉਹਨਾਂ ਕੋਲ ਤਾਂ ਉਨੀ ਗੱਲ ਕਰ ਨਹੀਂ ਸਕਦੀ ਜਿਹੜੀ ਉਹਨੇ ਦਿਲ ਦੀ ਗੱਲ ਕਰਨੀ, ਫਿਰ ਉਸ ਟਾਈਮ ਉਹ ਮਾਂ ਵੀ ਆਪਦੀ ਧੀ ਕੋਲ ਢਿੱਡ ਫਰੋਲਦੀ ਹੈ ਹਨਾ। ਤੇ ਧੀ ਤਾਂ ਇੱਕ ਜ਼ਰੂਰੀ ਹੈ ਮਾਂ ਦੀ ਹੁਣ। ਤੁਸੀਂ ਇਹ ਦੇਖੋ ਵੀ ਰਿਸ਼ਤਾ ਹਨਾ ਕਿੰਨਾ ਵਧੀਆ ਤੇ ਕਿੰਨਾ ਅਨਮੋਲ ਆਪਾਂ ਕਹਿ ਸਕਦੇ ਹਾਂ। ਹੁਣ ਤੁਸੀਂ ਦੇਖੋ ਇਹਨਾਂ ਦੇ ਵਿੱਚ ਫਰਕ ਕਿੰਨਾ ਪੈ ਗਿਆ। ਹੁਣ ਨਾ ਕੱਲ ਹੀ ਪਰਸੋਂ ਮੈਂ ਗੱਲ ਸੁਣ ਕੇ ਹਟੀ ਹਨਾ ਵੀ ਉਹਨਾਂ ਦੀ ਨਾ 6 ਧੀਆਂ ਤੇ ਉਹ ਆਂਦੇ ਵੀ ਸਾਰੇ ਉਹਨਾਂ ਨੂੰ ਕਹਿੰਦੇ ਆ ਨਾ ਵੀ ਤੁਸੀਂ ਮੁੰਡਾ ਲੈ ਲਓ ਮੁੰਡਾ ਲੈ ਲਓ, ਉਹ ਆਂਦੇ ਵੀ ਨਹੀਂ ਸਾਡੇ ਤਾਂ ਵੀ ਧੀਆਂ ਹੀ ਜਿਹੜੇ ਪੁੱਤ ਆ ਹਨਾ। ਤੇ ਉਹਨਾਂ ਦੇ ਸਾਹਮਣੇ ਘਰ ਵਾਲਿਆਂ ਦੇ ਵੀ ਹੈ ਨਹੀਂ ਤੇ ਉਹ ਕਹਿ ਦਿੰਦੇ ਵੀ ਜਦੋਂ ਇਹਨਾਂ ਦੇ ਪੁੱਤ ਹੈ ਨਹੀਂ ਹਨਾ ਤੇ ਵੀ ਚੱਲ ਜੇ ਸਾਡੇ ਵੀ ਨਾ ਹੋਊਗਾ ਤੇ ਸਾਡੀਆਂ ਵੀ ਧੀਆਂ ਹੀ ਪੁੱਤ ਆ। ਤੇ ਉਹਨਾਂ ਦੇ ਪਤਾ ਕੀ ਹੋਇਆ ਜਦੋਂ ਹੁਣ ਉਹ ਵਿਆਹੀਆਂ ਗਈਆਂ ਉਹ 6 ਆ ਹਨਾ। ਤੇ ਤੁਸੀਂ ਦੇਖੋ ਵੀ ਜਦੋਂ ਵਿਆਹੀਆਂ ਗਈਆਂ ਤੇ ਹੁਣ ਜਿਹੜੀ ਉਹਨਾਂ ਦੀ ਮਾਂ ਗੀ ਹੁਣ ਉਹ ਕੱਲੀ ਰਹਿ ਗਈ ਜਦੋਂ ਉਹਨਾਂ ਦੇ ਮੁੰਡਾ ਹੀ ਹੈ ਨਹੀਂ ਸਾਂਭ ਸੰਭਾਲ ਵਾਸਤੇ। ਤੇ ਜਦੋਂ ਕੋਈ ਵੀ ਇੱਕ ਜਾਣੀ ਇੱਥੇ ਆਉਂਦੀ ਆ ਆਪਦੀ ਮਾਂ ਕੋਲੇ ਹਨਾ ਤੇ ਦੂਜੀ ਕਹਿ ਦਿੰਦੀ ਆ ਵੀ ਤੂੰ ਕੁਛ ਖਾਣ ਦੀ ਮਾਰੀ ਇੱਥੇ ਆਈ ਆ ਹਨਾ। ਮਤਲਬ ਉਹ ਇੱਕ ਦੂਜੇ ਨੂੰ ਐਵੇਂ ਕਰਕੇ ਮਿਹਣੇ ਮਾਰਦੀਆਂ ਵੀ ਇੱਕ ਦੂਜੀ ਤੇ ਈਰਖਾ ਕਰੀ ਜਾਂਦੇ ਰਹਿੰਦੇ ਹਨ ਜੀ। ਤਾਂ ਉਹ ਕਿੰਨਾ ਜ਼ਿਆਦਾ ਉਹਨਾਂ ਦੇ ਵਿੱਚ ਆਪਸੀ ਜਿਹੜਾ ਰਿਸ਼ਤਾ ਉਹ ਟੁੱਟਦਾ ਜਾਂਦਾ ਹਨਾ। ਤੇ ਉਹਨਾਂ ਨੇ ਇੱਕ ਦਿਨ ਤੋਂ ਮਤਲਬ ਉਹਨਾਂ ਦੇ ਹਰ ਰੋਜ਼ ਵਾਂਗ ਹੀ ਲੜਾਈ ਹੁੰਦੀ ਹੈ ਇਸ ਗੱਲ ਨੂੰ ਲੈ ਕੇ। ਤੇ ਵੀ ਪਿੰਡ ਵਾਲੇ ਨੇ ਵੀ ਬਹੁਤ ਕਿਹਾ ਨਾ ਉਹਨਾਂ ਨੂੰ ਵੀ ਤੁਸੀਂ ਵੀ ਇੱਕ ਥਾਂ ਬਹਿ ਕੇ ਹਨਾ ਸਮਝੌਤਾ ਕਰ ਲਓ ਵੀ ਆਪਦਾ ਜਿੰਨਾ ਹਿੱਸਾ ਤੁਸੀਂ ਮਾਂ ਨੂੰ ਦੇਣਾ ਉਹਨਾਂ ਕੁ ਦੇ ਕੇ ਤੁਸੀਂ ਆਪਦਾ ਵੰਡਾ ਕੇ ਲੈ ਜਾਓ ਨਾ, ਵੀ ਲੜਾਈ 'ਚ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਤੇ ਪਰ ਉਹ ਫਿਰ ਵੀ ਉਸ ਗੱਲ ਤੇ ਹਨਾ ਵੀ ਉਹਨਾਂ ਨੂੰ ਆਏ ਹੁੰਦਾ ਵੀ ਨਹੀਂ ਜੇ ਮੈਂ ਲੈ ਲਿਆ ਤਾਂ ਦੂਜੀ ਅੱਖੋਂ ਮੈਂ ਰਹਿ ਗਈ ਹਨਾ। ਤੇ ਵੀ ਇਹ ਰਿਸ਼ਤਾ ਜਿਹੜਾ ਕਿੰਨਾ ਉਹ ਖਰਾਬ ਹੁੰਦਾ ਜਾਂਦਾ। ਵੇਖੋ ਰਿਸ਼ਤਾ ਉਹਨਾਂ ਨੇ ਆਪਦੇ ਵੀ ਲੈਣ ਦੇ ਪਿੱਛੇ ਬਦਲਿਆ ਪਿਆ ਹਨਾ ਵੀ ਕਿੱਥੇ ਤੋਂ ਉਹਨਾਂ ਨੇ ਆਪਦੀ ਮਾਂ ਦੀ ਸੰਭਾਲ ਕਰਨੀ ਸੀ ਵੀ ਉਹਨਾਂ ਨੂੰ ਵੀ ਪਤਾ ਵੀ ਸਾਡੇ ਭਰਾ ਹੈ ਨਹੀਂ ਹਨਾ। ਤੇ ਭਰਾ ਦੇ ਥਾਂ ਤੇ ਉਹਨਾਂ ਧੀਆਂ ਨੇ ਖੜਨਾ ਹਨਾ ਵੀ ਕਿੱਥੇ ਤੋਂ ਆਪਦੀ ਮਾਂ ਨੂੰ ਸੰਭਾਲਣ ਸਾਰਾ ਕੁਝ ਕਰਨ। ਵੀ ਜਦੋਂ ਜਿੰਨਾ ਚਿਰ ਮਾਂ ਉਹਨਾਂ ਚਿਰ ਉਹਦਾ ਬੜੇਪਾ ਨਿਭਾਉਣ ਵਿਚਾਰੀ ਦਾ ਹਨਾ ਤੇ ਬਾਅਦ ਚ ਸਾਰਾ ਕੁਝ ਧੀਆਂ ਕੋਲ ਹੀ ਜਾ ਵੜਨਾ ਹਨਾ। ਤੇ ਮਾਂ ਨੂੰ ਵੀ ਦੁਖੀ ਤਾਂ ਨਾ ਕਰਨੇ ਇਸ ਟਾਈਮ ਜੀ। ਉਹਨਾਂ ਨੇ ਤਾਂ ਕਿੰਨਾ ਮਾਣ ਕੀਤਾ ਹਨਾ ਵੀ ਉਹਨਾਂ ਨੇ ਤਾਂ ਆਪਦੇ ਪੁੱਤਾਂ ਵਾਂਗੂ ਰੱਖਿਆ ਤੇ ਫਿਰ ਹੁਣ ਧੀਆਂ ਹੀ ਜੇ ਧੋਖਾ ਦੇਣਗੀਆਂ ਤਾਂ ਫਿਰ ਉਹ ਤਾਂ ਗਲਤ ਗੱਲ ਹੈ ਉਹਨਾਂ ਲਈ ਮਾੜੀ ਗੱਲ ਹੈ ਫਿਰ ਇਹ ਜੀ। ਤੇ ਜਿਵੇਂ ਹੁਣ ਆਪਾਂ ਆਪਣੇ ਦੇਖਦੇ ਆਂ ਵੀ ਕੋਈ ਨਸ਼ੇੜੀ ਪੁੱਤ ਨੇ ਆਪਦੀ ਮਾਂ ਦਾ ਕਤਲ ਕਰਤਾ ਹਨਾ ਜ਼ਮੀਨ ਤੋਂ ਬੇਦਖਲ ਕਰਨ ਵਾਸਤੇ, ਜਾਂ ਕਿਸੇ ਪੁੱਤ ਨੇ ਆਪਦੀ ਮਾਂ ਨੂੰ ਕੁੱਟਿਆ ਹਨਾ ਵੀ ਪੈਸੇ ਨਹੀਂ ਮਿਲਦੇ ਉਹਨੂੰ ਨਸ਼ਾ ਕਰਨ ਵਾਸਤੇ। ਮਤਲਬ ਹੁਣ ਜਿਹੜਾ ਰਿਸ਼ਤਾ ਹੈ ਕਿੰਨਾ ਜਿਹੜਾ ਖਰਾਬ ਹੁੰਦਾ ਜਾ ਰਿਹਾ।
ਤੇ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਇੱਕ ਬਾਪ ਦਾ ਰਿਸ਼ਤਾ ਹੁੰਦਾ ਹਨਾ, ਬਹੁਤ ਹੀ ਆਪਾਂ ਕਹਦੇ ਕਿ ਧੁੰਦਲੇਪਨ ਦਾ ਰੂਪ ਹੁੰਦਾਗਾ। ਤੇ ਉਹ ਕੀ ਆ, ਸਾਰਾ ਦਿਨ ਹੱਡ ਤੋੜ ਵੀ ਮਿਹਨਤ ਕਰਦਾ ਹਨਾ, ਇੱਕ ਟਾਈਮ ਉਹ ਆਪਦੇ ਢਿੱਡ ਨੂੰ ਗੰਢ ਮਾਰ ਕੇ ਤੇ ਭੁੱਖਾ ਰਹਿ ਲੂਗਾ, ਪਰ ਆਪਦੀ ਔਲਾਦ ਨੂੰ ਕਦੇ ਵੀ ਭੁੱਖਾ ਨਹੀਂ ਮਾਰਨ ਦਿੰਦਾ। ਉਹ ਇੰਨੀ ਜ਼ਿਆਦਾ ਮਿਹਨਤ ਕਰਦਾ, ਉਹਨੂੰ ਹੁੰਦਾ ਹਨਾ ਵੀ ਮੇਰੇ ਬੱਚੇ ਆ ਜਿਹੜੇ ਉਹ ਹਮੇਸ਼ਾ ਖੁਸ਼ ਰਹਿਣ, ਕਿਸੇ ਗੱਲੋਂ ਉਹਨਾਂ ਨੂੰ ਕੋਈ ਕਮੀ ਨਾ ਰਵੇ, ਚਾਹੇ ਖਾਣ ਪੀਣ 'ਚ, ਚਾਹੇ ਪਹਿਨਣ ਪਹਿਰਾਵੇ 'ਚ ਨਾ, ਚਾਹੇ ਬਾਹਰ ਅੰਦਰ ਜਦੋਂ ਆਪਾਂ ਜਾਂਦੇ ਆ। ਮਾਂ ਪਿਓ ਨੂੰ ਹੁੰਦਾ ਹੀ ਵੀ ਮੇਰੇ ਧੀਆਂ ਪੁੱਤ ਬਹੁਤ ਅੱਗੇ ਜਾਣ ਹਨਾ, ਤੇ ਖੁਸ਼ ਵੀ ਰਹਿਣ, ਖਾਣ ਪੀਣ 'ਚ ਵੀ ਰੱਖਦਾ, ਮਾਂ ਪਿਓ ਆਪਦੀ ਪੂਰੀ ਮਿਹਨਤ ਕਰਦਾ ਹੀ ਕਰਦਾ ਅਰਸ਼ ਜੀ। ਤਾਂ ਉੱਥੇ ਉਹ ਹਮੇਸ਼ਾ ਹੀ ਹਨਾ ਇਹ ਚੀਜ਼ਾਂ ਨੂੰ ਉਹਨਾਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਦੇ ਆ ਹਨਾ। ਤੇ ਤੁਸੀਂ ਇਹ ਦੇਖੋ, ਜਦੋਂ ਨੂੰ ਮੈਨੂੰ ਲੱਗਦਾ ਉਹਨਾਂ ਦਾ ਖੁਸ਼ੀਆਂ ਦੇਖਣ ਦਾ ਟਾਈਮ ਹੁੰਦਾ, ਉਸ ਟਾਈਮ ਤੇ ਆਪਾਂ ਕਹਿ ਦਈਏ ਵੀ ਉਹ ਰਿਸ਼ਤਾ ਜਮਾਂ ਹੀ ਬਦਲ ਜਾਂਦਾ, ਕਿਉਂਕਿ ਉਹਨਾਂ ਨੂੰ ਐਡੇ ਮਤਲਬ ਕੌੜੇ ਬੋਲ ਬੋਲੇ ਜਾਂਦੇ ਜਿਹੜੇ ਆਪਾਂ ਮੈਨੂੰ ਲੱਗਦਾ ਆਪਾਂ ਸਹਾਰ ਵੀ ਨਹੀਂ ਸਕਦੇ ਹੈਗੇ ਹਨਾ। ਕਿਉਂਕਿ ਬੱਚੇ ਕਹਿਣ ਲੱਗ ਜਾਂਦੇ ਵੀ ਹੁਣ ਇਹ ਸਾਡੀ ਮਨਪਸੰਦ 'ਚ ਜਾਂ ਸਾਡੀ ਮਤਲਬ ਸ਼ੌਂਕ ਪੂਰੇ ਕਰਨ ਦੇ ਵਿੱਚ ਉੜੀਕਾ ਬਣਦੇ ਆ। ਤੁਸੀਂ ਦੇਖੋ, ਜਿਹੜਾ ਇੱਕ ਬਾਪ ਹਨਾ ਸ਼ੁਰੂ ਤੋਂ ਲੈ ਕੇ ਆਪਦੇ ਬੱਚੇ ਦੀ ਖੁਸ਼ੀ ਵਾਸਤੇ ਹਨਾ ਉਹਨੇ ਆਪਦੀ ਸਾਰੀ ਜ਼ਿੰਦਗੀ ਜਿਹੜੀ ਖਰਾਬ ਕਰ ਰੱਖੀ ਆ, ਤੇ ਉਹੀ ਬੰਦੇ ਨੂੰ ਹੁਣ ਤੁਸੀਂ ਕਹਿ ਰਹੇ ਹੋ ਵੀ ਸਾਡੀਆਂ ਖੁਸ਼ੀਆਂ 'ਚ ਉੜੀਕਾ ਬਣਦਾ। ਵੇਖੋ ਅਰਸ਼, ਜਦੋਂ ਫਿਰ ਪੁੱਤ ਵੀ ਵੱਡੇ ਹੋ ਜਾਂਦੇ ਹਨਾ, ਪੁੱਤ ਵਿਆਹੇ ਵੀ ਜਾਂਦੇ, ਫਿਰ ਪੁੱਤਾਂ ਨੂੰ ਵੀ ਐਂ ਹੁੰਦਾ ਵੀ ਹੁਣ ਸਾਡੇ ਹੱਥ ਮਖਤਿਆਰੀ ਆ ਗਈ ਤੇ ਅਸੀਂ ਸਭ ਕੁਝ ਕਰਨਾ ਹਨਾ। ਵੀ ਪਹਿਲਾਂ ਵਾਲੇ ਬੰਦਿਆਂ ਨੂੰ ਤਾਂ ਅਕਲ ਹੀ ਨਹੀਂ ਸੀ, ਤੁਹਾਨੂੰ ਤਾਂ ਅਕਲ ਨਹੀਂ, ਤੁਸੀਂ ਐਂ ਕਰਦੇ ਨਹੀਂ ਕਰਦੇ, ਵੀ ਉਹ ਆਪਦੇ ਟਾਈਮ ਤੇ ਬਹੁਤ ਸਿਆਣੇ ਸੀ ਹਨਾ। ਜੇ ਉਹ ਸਿਆਣੇ ਸੀ ਤਾਂ ਤੁਹਾਨੂੰ ਪੜ੍ਹਾਇਆ ਲਿਖਾਇਆ ਤੇ ਇੱਥੋਂ ਤੱਕ ਪਹੁੰਚਾਇਆ ਹਨਾ। ਤੇ ਉਦੋਂ ਸਾਨੂੰ ਮਾਪਿਆਂ ਨੂੰ ਜਦੋਂ ਅਸੀਂ ਗੱਲ ਕਹਿੰਦੇ ਥੋੜੀ ਜਿਹੀ ਸੋਚ ਕੇ ਕਹੀਏ ਤਾਂ ਚੰਗੀ ਗੱਲ ਹੈ ਹਨਾ। ਜੀ ਸੋਚ ਕੇ ਤਾਂ ਆਏ ਹੈ ਨਾ ਭੈਣੇ ਜੀ। ਹੁਣ ਆਪਾਂ ਇੱਕ ਬੰਦਾ ਸੋਚੇ ਹਨਾ ਵੀ ਜੇ ਮੈਂ ਅੱਜ ਆਪਦੇ ਮਾਂ-ਬਾਪ ਨਾਲ ਇਹ ਸਲੂਕ ਕਰੀ ਜਾਂਦਾ ਤੇ ਕੱਲ ਨੂੰ ਅਸੀਂ ਵੀ ਮਾਂ-ਬਾਪ ਬਣਨਾ ਹਨਾ, ਜੇ ਉਹਨਾਂ ਨਾਲ ਇਹ ਹੋਊਗਾ ਤੇ ਵੀ ਸਾਡਾ ਕੀ ਹਾਲ ਹੋਊਗਾ। ਹਾਂ, ਵੀ ਸਾਡਾ ਫਿਰ ਉਦੋਂ ਕਿੰਨਾ ਦਿਲ ਦੁਖੀ ਹੋਊਗਾ ਨਾ। ਤੇ ਵੀ ਇਸ ਟਾਈਮ ਜੇ ਅਸੀਂ ਮਾਂ ਪਿਓ ਨੂੰ ਗਲਤ ਕੁਝ ਕਹਿੰਦੇ ਤਾਂ ਉਵੇਂ ਟਾਈਮ ਫਿਰ ਸਾਡੇ ਤੇ ਵੀ ਉਹ ਆਉਣਾ ਹੀ ਆਉਣਾ ਜੀ। ਵੇਖੋ ਅਰਸ਼, ਜਿਵੇਂ ਭੈਣ ਭਰਾ ਦਾ ਰਿਸ਼ਤਾ, ਇਹ ਵੀ ਕਿੰਨਾ ਵਧੀਆ ਰਿਸ਼ਤਾ ਹਨਾ। ਵੀ ਭੈਣ ਭਰਾ ਦੁੱਖ ਸੁੱਖ 'ਚ ਵੀ ਆਪਣੇ ਨਾਲ ਖੜਦਾ ਹੀ ਖੜਦਾ, ਖੁਸ਼ੀ ਦੇ ਵਿੱਚ ਵੀ ਆਪਣੇ ਖੜਦਾ ਹੀ ਖੜਦਾ। ਜੇ ਭੈਣ ਦੇ ਘਰੇ ਕੋਈ ਸਗਨ ਹੋਊ ਤੇ ਉਦੋਂ ਭਰਾ ਦਾ ਵਿੱਚ ਹੋਣਾ ਵੀ ਸ਼ਾਮਲ ਜ਼ਰੂਰੀ ਹੁੰਦਾ ਹਨਾ। ਜੇ ਭਰਾ ਦੇ ਘਰੇ ਕੋਈ ਵਿਆਹ ਤਿਉਹਾਰ ਹੁੰਦਾ ਤੇ ਉਦੋਂ ਭੈਣ ਦਾ ਵੀ ਵਿੱਚ ਹੋਣਾ ਜ਼ਰੂਰੀ ਹੁੰਦਾ। ਤੇ ਭੈਣ ਭਰਾ ਇੱਕ ਦੂਜੇ ਦਾ ਸਹਾਰਾ ਵੀ ਬਹੁਤ ਹੁੰਦੇ ਹਨਾ। ਤੇ ਉਹ ਨਿੱਕੇ ਹੁੰਦੇ ਭੈਣ ਭਰਾ ਵਿੱਚ ਮੈਂ ਭਾਵੇਂ ਕਿੰਨੇ ਲੜੀ ਵੀ ਜਾਣ ਕਰੇ ਹਨਾ, ਭਾਵੇਂ ਚੌੜ ਵੀ ਕਰੀ ਜਾਣ, ਤੇ ਪਰ ਭੈਣ ਭਰਾ ਨੂੰ ਇੱਕ ਦੂਜੇ ਤੇ ਮਾਣ ਬਹੁਤ ਹੁੰਦਾ ਹਨਾ। ਕਈ ਵਾਰ ਵੇਖੋ ਤੁਸੀਂ ਭੈਣ ਭਰਾ ਦੋਨੇ ਘਰੋਂ ਬਾਹਰ ਜਾਂਦੇ ਤੇ ਭੈਣ ਨੂੰ ਵੀ ਐਂ ਹੌਸਲਾ ਹੁੰਦਾ ਵੀ ਹਾਂ ਮੇਰਾ ਭਰਾ ਮੇਰੇ ਨਾਲ ਆ ਹਨਾ। ਤੇ ਉਹਨੂੰ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ, ਮੈਨੂੰ ਕੋਈ ਕੁਝ ਕਹਿ ਵੀ ਨਹੀਂ ਸਕਦਾ ਤੇ ਬੋਲ ਵੀ ਨਹੀਂ ਸਕਦਾ। ਤੇ ਭਰਾ ਜਿਹੜੇ ਹੁੰਦੇ, ਭਰਾ ਵੀ ਉਸ ਟਾਈਮ ਫਿਰ ਆਪਦੀ ਜ਼ਿੰਮੇਵਾਰੀ ਪੂਰੀ ਨਿਭਾਉਂਦੇ ਹੈਗੇ। ਤੇ ਜਿਵੇਂ ਕਹਿੰਦੇ ਹੁੰਦੇ ਜਿਹੜੇ ਭਰਾ ਹੁੰਦੇ ਭੈਣਾਂ ਦੇ ਨਾਲ ਹਮੇਸ਼ਾ ਬਾਡੀਗਾਰਡ ਬਣ ਕੇ ਹੀ ਰਹਿੰਦੇ ਆ। ਫਿਰ ਜੀ, ਰੱਖੜੀ ਦਾ ਤਿਉਹਾਰ ਜਿਵੇਂ ਆਪਾਂ ਕਹਿੰਦੇ ਆ ਨਾ, ਬਣੇ ਇਸੇ ਵਾਸਤੇ ਸੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਭੈਣ ਭਰਾ ਦਾ ਰਿਸ਼ਤਾ ਕਿੰਨਾ ਵਧੀਆ ਹੁੰਦਾ ਹਨਾ। ਪਰ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਗੱਲ ਕੀਤੀ ਸੀਗੀ ਵੀ ਜਿਹੜਾ ਰੱਖੜੀ ਦਾ ਤਿਉਹਾਰ ਆ ਉਹ ਵੀ ਹੁਣ ਲੈਣ ਦੇਣ ਤੇ ਆ ਕੇ ਖੜ ਗਿਆ ਹਨਾ। ਵੀ ਜੇ ਤਾਂ ਵੀ ਮੇਰਾ ਭਰਾ ਮੈਨੂੰ ਇੰਨੀਆਂ ਚੀਜ਼ਾਂ ਦੇਊਗਾ, ਆਹ ਕੁਛ ਦੇਊਗਾ ਤਾਂ ਮੈਂ ਰੱਖੜੀ ਬੰਨਣ ਜਾਊਂਗੀ ਹਨਾ। ਜਦ ਕਿ ਇਹ ਰਿਸ਼ਤਾ ਇਹ ਹੁੰਦਾ ਸੀਗਾ ਤਿਉਹਾਰ ਵੀ ਇੱਕ ਉਹਨਾਂ ਦੇ ਪਿਆਰ ਦਾ ਪਤਾ ਲੱਗਦਾ ਸੀ, ਉਹ ਪਿਆਰ ਲਈ ਸੀਗਾ ਇਹ ਵਿਆਹ ਜੀ। ਤੇ ਹੁਣ ਇਹ ਸਭ ਚੀਜ਼ਾਂ ਚੇਂਜ ਹੋ ਗਈਆਂ। ਮੈਨੂੰ ਲੱਗਦਾ ਹੁਣ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਬਦਲ ਚੁੱਕਿਆ। ਤੇ ਜੇ ਹੁਣ ਆਪਾਂ ਭਰਾਵਾਂ ਦੀ ਗੱਲ ਕਰੀਏ ਹਨਾ, ਤਾਂ ਦੋ ਸਕੇ ਭਰਾ, ਜੇ ਆਪਾਂ ਕਹਦੇ ਵੀ ਇੱਕੋ ਕੁੱਖੋਂ ਪਲੇ ਹਨਾ, ਇੱਕੋ ਖੂਨ ਦਾ ਰਿਸ਼ਤਾ ਹੁੰਦਾ ਜਿਨ੍ਹਾਂ ਦਾ, ਇੱਕ ਟਾਈਮ ਤੇ ਆ ਕੇ ਮੈਨੂੰ ਲੱਗਦਾ ਖੂਨ ਦੇ ਰਿਸ਼ਤੇ ਵੀ ਬਦਲ ਜਾਂਦੇ ਆ। ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਭਰਾ ਹੀ ਸ਼ਰੀਕੇਬਾਜ਼ੀ ਸ਼ੁਰੂ ਹੋ ਜਾਂਦੀ, ਉਹਨਾਂ 'ਚ ਮੁਕਾਬਲੇਬਾਜ਼ੀ ਕਹਿ ਲਈਏ ਜਾਂ ਖਹਿਬਾਜ਼ੀ ਕਹਿ ਲਈਏ ਹਨਾ, ਇਹ ਚੀਜ਼ਾਂ ਉਹਨਾਂ 'ਚ ਸ਼ੁਰੂ ਹੋ ਜਾਂਦੀ ਹੈ। ਤਾਂ ਫਿਰ ਉਹ ਮੈਨੂੰ ਲੱਗਦਾ ਪਰਿਵਾਰ ਦਾ ਵੀ ਜੀਣਾ ਡੁੱਬਰ ਹੋਣ ਲੱਗ ਜਾਂਦਾ। ਇੱਕ ਮਾਂ-ਬਾਪ ਹਨਾ ਸ਼ੁਰੂ ਤੋਂ ਲੈ ਕੇ ਮੈਨੂੰ ਲੱਗਦਾ ਉਹਨਾਂ ਨੂੰ ਇੰਨਾ ਜ਼ਿਆਦਾ ਵਧੀਆ ਉਹਨਾਂ ਦੀ ਪਰਵਰਿਸ਼ ਕਰਦੇ ਆ, ਪਾਲਣ ਪੋਸ਼ਣ ਕਰਦੇ ਆ ਹਨਾ। ਜਦੋਂ ਵੱਡੇ ਹੋ ਜਾਂਦੇ ਆ, ਫਿਰ ਜਦੋਂ ਉਹਨਾਂ ਦੀ ਵੰਡ ਵੰਡਾਈ ਦਾ ਟਾਈਮ ਆ ਜਾਂਦਾ ਹਨਾ, ਵੀ ਚਲੋ ਹੁਣ ਦੋ ਪਰਿਵਾਰਾਂ ਨੇ ਅਲੱਗ-ਅਲੱਗ ਆਪਦਾ ਰਹਿਣਾ, ਤਾਂ ਉਸ ਟਾਈਮ ਤੇ ਆਪਾਂ ਦੇਖਦੇ ਆ ਵੀ ਕਿੰਨੀਆਂ ਲੜਾਈਆਂ ਹੁੰਦੀਆਂ ਹਨਾ। ਤਾਂ ਵੀ ਇੱਕ ਦੂਜੇ ਨੂੰ ਇਹੀ ਕਹਿਣ ਲੱਗ ਜਾਂਦੇ ਵੀ ਤੈਨੂੰ ਵਧੀਆ ਚੀਜ਼ ਦਿੱਤੀ ਆ, ਮੈਨੂੰ ਘਟੀਆ ਚੀਜ਼ ਦੇਤੀ ਹਨਾ, ਜੇ ਤੈਨੂੰ ਵੱਧ ਦੇਤਾ ਮੈਨੂੰ ਘੱਟ ਦੇਤਾ। ਪਰ ਮੈਨੂੰ ਲੱਗਦਾ ਵੀ ਉੱਥੇ ਆਪਾਂ ਨੂੰ ਸਿਰਫ ਚੀਜ਼ਾਂ ਦੀ ਗਿਣਤੀ ਨਹੀਂ ਕਰਨੀ ਚਾਹੀਦੀ, ਆਪਾਂ ਨੂੰ ਇਹ ਚਾਹੀਦਾ ਹਨਾ ਵੀ ਸਾਨੂੰ ਮਾਂ-ਬਾਪ ਨੇ ਕਿੰਨਾ ਪਿਆਰ ਦਿੱਤਾ ਜਾਂ ਅਸੀਂ ਉਹਨਾਂ ਨੂੰ ਆਪਦੇ ਵੱਲ ਰੱਖੀਏ ਹਨਾ। ਤਾਂ ਵੀ ਜਦ ਕਿ ਆਪਾਂ ਸਿਰਫ ਇਹਨਾਂ ਚੀਜ਼ਾਂ ਪਿੱਛੇ ਲੜਦੇ ਆ ਵੀ ਇੰਨੀ ਚੀਜ਼ ਉਹਨੂੰ ਵੱਧ ਕਿਵੇਂ ਦਿੱਤੀ। ਬਿਲਕੁਲ ਅਰਸ਼, ਜਿਵੇਂ ਤੁਸੀਂ ਕਿਹਾ ਭਰਾਵਾਂ ਦਾ ਰਿਸ਼ਤਾ ਹੁੰਦਾ। ਵੇਖੋ ਨਿੱਕੇ ਹੁੰਦੇ ਹਨਾ, ਇਕੱਠੇ ਨੂੰ ਉਹਨਾਂ ਨੇ ਬਚਪਨ ਲੰਘਾਇਆ ਹੁੰਦਾ ਤੇ ਇੱਕ ਥਾਲੀ 'ਚ ਬੈਠ ਕੇ ਇਕੱਠੇ ਹੀ ਰੋਟੀ ਖਾਂਦੇ ਹਨਾ। ਤੇ ਉਦੋਂ ਤਾਂ ਭਰਾਵਾਂ ਦਾ ਵਿੱਚ ਵੀ ਇੰਨਾ ਮੋਹ ਪਿਆਰ ਹੁੰਦਾ ਤੇ ਇੱਕ ਦੂਜੇ ਤੋਂ ਬਿਨਾਂ ਵੀ ਸਾਰਦੇ ਵੀ ਨਹੀਂ ਹਨਾ, ਵੀ ਇਕੱਠੇ ਰਹਿੰਦੇ ਆ। ਤੇ ਵੇਖੋ ਜਿਵੇਂ ਤੁਸੀਂ ਕਿਹਾ, ਫਿਰ ਜਦੋਂ ਵਿਆਹੇ ਜਾਂਦੇ ਫਿਰ ਉਹਨਾਂ 'ਚ ਫਰਕ ਪੈ ਜਾਂਦਾ, ਫਿਰ ਕਬੀਰਦਾਰੀ ਵੱਧ ਜਾਂਦੀ ਹਨਾ। ਤੇ ਜਦੋਂ ਅੱਡ ਹੋਣ ਤੇ ਆਉਂਦੇ ਤੇ ਵੇਖੋ ਮਾਂ ਪਿਓ ਵੀ ਕਈਆਂ ਨੂੰ ਤਾਂ ਵਧੀਆ ਇਸ ਸਮਝਦਾਰੀ ਨਾਲ ਅੱਡ ਕਰਦੇ, ਵੀ ਉਹਨਾਂ ਦੇ ਵਿੱਚ ਆਪਸ ਵਿੱਚ ਫਰਕ ਵੀ ਨਹੀਂ ਰਹਿੰਦਾ ਹਨਾ, ਤੇ ਮੋਹ ਪਿਆਰ ਵੀ ਉਵੇਂ ਬਣਿਆ ਰਹਿੰਦਾ। ਤੇ ਕਈ ਵਾਰ ਮਾਂ ਪਿਓ ਵੀ ਵਿਤਕਰਾ ਕਰ ਜਾਂਦੇ ਹਨਾ, ਵੀ ਜਾਂ ਤਾਂ ਵੱਡੇ
ਵੱਡੇ ਵੱਲ ਜ਼ਿਆਦਾ ਹੋ ਜਾਂਦਾ ਜਾਂ ਛੋਟੇ ਵੱਲ ਜ਼ਿਆਦਾ ਹੋ ਜਾਂਦਾ, ਤੇ ਫਿਰ ਉੱਥੇ ਭਰਾਵਾਂ ਦਾ ਵਿੱਚ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਵੇਖੇ ਕਈ ਵਾਰ ਤਾਂ ਆਪਾਂ ਵੇਖੇ ਜਦੋਂ ਭਰਾ ਅੱਡ ਹੁੰਦੇ ਤੇ ਉਹਨਾਂ ਦੇ ਵਿੱਚ ਇੰਨਾ ਫਰਕ ਪੈ ਜਾਂਦਾ, ਵਿੱਚ ਵਿੱਚ ਬੋਲਣਾ ਵੀ ਬੰਦ ਕਰ ਦਿੰਦੇ ਉਹ, ਹਨਾ ਜੀ। ਤੇ ਉਹ ਧਰਮਪ੍ਰੀਤ ਦੀ ਆਖਤ ਵੀ ਨਿੱਕੇ ਹੁੰਦਿਆਂ ਦਾ ਤਾਂ ਕਿੰਨਾ ਪਿਆਰ ਹੁੰਦਾ ਭਰਾਵਾਂ ਦਾ, ਵੀ ਇੱਕ ਥਾਲੀ 'ਚ ਬੈਠ ਕੇ ਰੋਟੀ ਖਾਂਦੇ, ਤੇ ਫਿਰ ਜਦੋਂ ਵੱਡੇ ਹੋ ਜਾਂਦੇ ਫਿਰ ਇੱਕ ਦੂਜੇ ਦੇ ਸ਼ਰੀਕ ਬਣ ਜਾਂਦੇ ਜੀ। ਤਾਂ ਉਵੇਂ ਆ ਹੁਣ ਜੇ ਆਪਾਂ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰੀਏ, ਜਿਹ 'ਚ ਆਪਾਂ ਦਾਦੇ ਪੋਤੇ ਦਾ ਰਿਸ਼ਤਾ ਕਹਿ ਸਕਦੇ ਆ ਨਾ, ਤੇ ਜਾਂ ਆਪਾਂ ਨਾਨਾ ਨਾਨੀ ਹੋ ਗਏ, ਭੂਆ ਹੋ ਗਈ ਆਪਣੀ, ਜਾਂ ਮਾਸੀ ਵਗੈਰਾ ਜੋ ਵੀ ਆ, ਮਤਲਬ ਦਿਓਰ ਭਰਜਾਈ ਦਾ ਸਭ ਤੋਂ ਵਧੀਆ ਰਿਸ਼ਤਾ ਹੁੰਦਾ ਹੈ ਨਾ। ਤੇ ਇਹਨਾਂ ਚੀਜ਼ਾਂ 'ਚ ਦੇਖੋ ਹੁਣ ਭੈਣੇ, ਆਪਾਂ ਵੀ ਕੋਈ ਟਾਈਮ ਹੁੰਦਾ ਸੀਗਾ ਨਾ ਜਦੋਂ ਸਾਰਾ ਪਰਿਵਾਰ ਇੱਕ ਛੱਤ ਹੇਠਾਂ ਬਹਿੰਦਾ ਹੁੰਦਾ ਸੀਗਾ, ਤੇ ਇੱਕ ਘਰ ਦਾ ਮੁਖੀ ਹੁੰਦਾ ਸੀ ਜਿਹੜਾ ਉਹਨੇ ਸਾਰਿਆਂ ਦੀਆਂ ਲੋੜਾਂ ਨੂੰ ਦੇਖਣਾ ਹੁੰਦਾ ਸੀ ਤੇ ਪੂਰਾ ਵੀ ਕਰਨਾ ਸੀਗਾ, ਹਨਾ। ਤੇ ਹੁਣ ਉਸ ਟਾਈਮ ਅਰਚ ਆਪਾਂ ਨੂੰ ਸਭ ਨੂੰ ਝੇਪ ਵੀ ਹੁੰਦੀ ਸੀ, ਜਿਵੇਂ ਉਸਨੇ ਵੱਡੇ ਬੰਦੇ ਨੇ ਕਹਿ ਦੇਣਾ ਹੁੰਦਾ ਤੇ ਉਵੇਂ ਹੁੰਦਾ ਵੀ ਹੁੰਦਾ ਸੀਗਾ ਜੀ। ਤਾਂ ਹੁਣ ਭੈਣੇ ਆਪਾਂ ਦੇਖੀਏ ਨਾ ਵੀ ਹਰ ਇੱਕ ਬੱਚਾ ਇਹ ਲੋਚਦਾ, ਮੈਨੂੰ ਲੱਗਦਾ ਵੀ ਉਹਨੂੰ ਹੁੰਦਾ ਵੀ ਮੇਰਾ ਇੱਕ ਅਲੱਗ ਕਮਰਾ ਹੋਵੇ, ਕਮਰੇ ਦੇ ਵਿੱਚ ਮੈਨੂੰ ਸਾਰੀਆਂ ਸੁਵਿਧਾਵਾਂ ਹੋਣ, ਟੀਵੀ ਹੋਵੇ, ਇੰਟਰਨੈਟ ਹੋਵੇ, ਫੋਨ ਹੋਵੇ, ਹਨਾ। ਮਤਲਬ ਹਰ ਇੱਕ ਚੀਜ਼ ਉਹਨੂੰ ਹੁੰਦਾ ਵੀ ਮੇਰੀ ਸਹੂਲਤ ਵਾਸਤੇ ਸਾਰੀ ਹੋਣੀ ਚਾਹੀਦੀ ਹੈ ਮੇਰੇ ਕਮਰੇ 'ਚ। ਹੁਣ ਪਹਿਲਾਂ ਸਾਰਾ ਪਰਿਵਾਰ ਇਕੱਠਾ ਬਹਿੰਦਾ ਸੀ, ਆਪਾਂ ਕਹਾਣੀਆਂ ਸੁਣਦੇ ਸੀ, ਪਰਿਵਾਰ ਨਾਲ ਸਮਾਂ ਸਾਂਝਾ ਕਰਦੇ ਸੀ, ਹਨਾ, ਤੇ ਇੱਕ ਦੂਜੇ ਨੂੰ ਮਖੌਲ ਵੀ ਕਰ ਲੈਂਦੇ ਸੀਗੇ। ਮੈਨੂੰ ਲੱਗਦਾ ਵੀ ਹੁਣ ਜੇ ਆਪਾਂ ਕਿਸੇ ਨੂੰ ਇੱਕ ਟੀਚਰ ਵੀ ਕਰ ਦਈਏ ਨਾ ਤਾਂ ਆਪਣਾ ਰਿਸ਼ਤਾ ਜਿਹੜਾ ਖਤਮ ਹੋ ਜਾਂਦਾ। ਆਪਾਂ ਕਹਿੰਦੇ ਵੀ ਹੁਣ ਆਪਾਂ ਤਾਂ ਪੱਤਾ ਹੀ ਪਾੜਤਾ, ਹੁਣ ਆਪਾਂ ਬੁਲਾਉਣਾ ਹੀ ਨਹੀਂ, ਹਨਾ। ਤਾਂ ਇਹ ਚੀਜ਼ਾਂ ਤੁਸੀਂ ਦੇਖੋ ਵੀ ਆਪਾਂ ਰਿਸ਼ਤਾ ਮਿੰਟੋ ਮਿੰਟ ਖਤਮ ਕਰ ਦਿੰਦੇ ਆ। ਬਿਲਕੁਲ ਅਰਚ, ਜਿਵੇਂ ਤੁਸੀਂ ਕਿਹਾ ਕਈ ਵਾਰ ਆਪਾਂ ਸੁਣਿਆ ਵੀ ਆਪਣੇ ਜਿਵੇਂ ਡੈਡੀ ਵਰਗੇ ਹੁੰਦੇ, ਉਹ ਕਹਿ ਦਿੰਦੇ ਸਾਡੇ ਨਾਲ ਬਚਪਨ 'ਚ ਇਹ ਦੋਸਤ ਮੇਰਾ ਪੜ੍ਹਦਾ ਸੀ, ਹਨਾ, ਤੇ ਉਦੋਂ ਦੀ ਉਹਨਾਂ ਦੀ ਬਣੀ ਆਉਂਦੀ, ਤੇ ਗਾਂ ਜਦੋਂ ਧੀਆਂ ਪੁੱਤ ਹੋ ਜਾਂਦੇ, ਵੱਡੇ ਹੋ ਜਾਂਦੇ, ਹਨਾ, ਤੇ ਉਹਨਾਂ ਦੇ ਫਿਰ ਮਾੜਾ ਮੋਟਾ ਕੜਤਨ ਵੀ ਉਹਨਾਂ ਨੂੰ ਕਹਿ ਦਿੰਦੇ, ਹਨਾ, ਤੇ ਫਿਰ ਬਿੰਦ 'ਚ ਰਿਸ਼ਤਾ ਟੁੱਟ ਜਾਂਦਾ। ਫਿਰ ਆਪਣਾ ਮਾਂ ਪਿਓ ਵੀ ਉਸ ਟਾਈਮ ਕਹਿੰਦਾ ਵੀ ਇਹ ਸਾਡਾ ਕਦੋਂ ਦਾ ਦੋਸਤ ਸੀ, ਤੁਹਾਡੇ ਕਰਕੇ ਸਾਡਾ ਰਿਸ਼ਤਾ ਵੀ ਇਹ ਟੁੱਟ ਗਿਆ, ਹਨਾ। ਤੇ ਅੱਜ ਕੱਲ ਤੁਹਾਡੇ ਵਾਲੀ ਗੱਲ ਵੀ ਜਦੋਂ ਆਪਾਂ ਨੂੰ ਬੋਲਣਾ ਪੈਂਦਾ, ਸੋਚ ਕੇ ਬੋਲਣਾ ਪੈਂਦਾ, ਤੇ ਅਗਲਾ ਮਾੜੇ ਜਿਹੇ ਤੇ ਗੁੱਸਾ ਕਰ ਲੈਂਦਾ। ਤੇ ਹੁਣ ਤਾਂ ਤੁਸੀਂ ਭੈਣੇ ਤੁਸੀਂ ਦੇਖੋ ਵੀ ਜਦੋਂ ਦਿਓਰ ਭਰਜਾਈ ਦਾ ਰਿਸ਼ਤਾ ਹੀ ਇਹ ਸੀਗਾ ਨਾ ਵੀ ਉਹ ਮਖੌਲ ਕਰ ਲੈਂਦੇ ਸੀ ਇੱਕ ਦੂਜੇ ਨੂੰ, ਕੁਝ ਕਹਿ ਵੀ ਦਿੱਤਾ, ਕੋਈ ਮਸ਼ਕਰੀ ਕਰ ਵੀ ਲਈ, ਹਨਾ, ਤਾਂ ਮਤਲਬ ਸਾਹਮਣੇ ਵਾਲਾ ਗੁੱਸਾ ਨਹੀਂ ਕਰਦਾ ਸੀ, ਉਹਨੂੰ ਪਤਾ ਹੁੰਦਾ ਸੀ ਵੀ ਚੱਲ ਮਖੌਲ ਦੇ ਵਿੱਚ ਗੱਲ ਕਹੀ ਹੈ। ਹੁਣ ਮੈਨੂੰ ਲੱਗਦਾ ਨਾ ਤਾਂ ਜੀਜਾ ਸਾਲੀ ਦਾ ਰਿਸ਼ਤਾ ਉਹ ਰਹਿ ਗਿਆ, ਹਨਾ, ਨਾ ਦਿਓਰ ਭਰਜਾਈ ਦਾ ਰਿਸ਼ਤਾ ਰਹਿ ਗਿਆ, ਨਾ ਜੇਠ ਜਠਾਣੀ ਦਾ ਰਿਸ਼ਤਾ ਉਦਾਂ ਦਾ ਰਹਿ ਗਿਆ। ਹੁਣ ਮੈਨੂੰ ਲੱਗਦਾ ਆਪਾਂ ਨੂੰ ਕੋਈ ਵੀ ਗੱਲ ਜਦੋਂ ਆਪਾਂ ਕਰਦੇ ਆ, ਬਹੁਤ ਵਾਰੀ ਆਪਾਂ ਸੋਚਦੇ ਆ ਵੀ ਮੈਂ ਆਹ ਗੱਲ ਕਵਾਂ ਕਿ ਨਾ, ਵੀ ਸਾਹਮਣੇ ਵਾਲਾ ਗੁੱਸਾ ਤਾਂ ਨਹੀਂ ਕਰੂਗਾ, ਹਨਾ। ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਨਾ ਵੀ ਜੇ ਗੱਲ ਸਹਿ ਗਏ ਤਾਂ ਰਿਸ਼ਤੇ ਰਹਿ ਗਏ, ਹਨਾ, ਜੇ ਕਹਿ ਗਏ ਤਾਂ ਰਿਸ਼ਤੇ ਢਹਿ ਗਏ। ਵੀ ਮਤਲਬ ਹੁਣ ਰਿਸ਼ਤੇ ਆਪਾਂ ਇੱਕ ਗੱਲ ਦੇ ਉੱਤੇ ਸੀਮਤ ਕਰ ਲਿਆ, ਤੇ ਜੇ ਆਪਾਂ ਦੂਜੀ ਗੱਲ ਮੈਨੂੰ ਲੱਗਦਾ ਕਰਦੇ ਵੀ ਤਾਂ ਉੱਥੇ ਆਪਾਂ ਖਤਮ ਕਰ ਲੈਂਦੇ ਆ ਸਭ। ਹੁਣ ਸਾਨੂੰ ਬਿਲਕੁਲ ਅਰਚ ਤੁਹਾਡੇ ਵਾਲੀ ਗੱਲ ਵੀ ਸੋਚ ਕੇ ਜੇ ਬੋਲਣਾ ਪੈਂਦਾ, ਹਨਾ। ਤੇ ਵੇਖੋ ਜਿਵੇਂ ਨਨਾਣ ਭਰਜਾਈ ਦਾ ਰਿਸ਼ਤਾ ਇਹ ਕਿੰਨਾ ਵਧੀਆ ਰਿਸ਼ਤਾ ਹੁੰਦਾ, ਹਨਾ। ਜੇ ਛੋਟੀ ਨਨਾਣ ਹੋਵੇ ਤਾਂ ਭਰਜਾਈ ਨੂੰ ਉਹਦੇ ਵਾਸਤੇ ਬਹੁਤ ਸੌਖਾ ਹੋ ਜਾਂਦਾ ਸੀ, ਜੀ, ਹਨਾ। ਵੀ ਹੁਣ ਤਾਂ ਚਲੋ ਅਗਲਾ ਪਹਿਲਾਂ ਵੀ ਫੋਨਾਂ ਤੇ ਗੱਲਾਂ ਕਰ ਲੈਂਦਾ ਵੀ ਸੌਖਾ, ਅੱਗੇ ਨਹੀਂ ਸੀ ਫੋਨ ਹੁੰਦੇ, ਤੇ ਜਦੋਂ ਭਰਜਾਈ ਨਵੇਂ ਘਰੇ ਆਉਂਦੀ ਤੇ ਉਦੋਂ ਉਹਨੂੰ ਸਾਰੇ ਪਰਿਵਾਰ ਬਾਰੇ ਪਤਾ ਲੱਗਦਾ ਹੁੰਦਾ ਸੀ, ਹਨਾ, ਵੀ ਕਿਵੇਂ ਆ ਪਰਿਵਾਰ ਦਾ ਸੁਭਾਅ ਹੈ, ਕਿਵੇਂ ਦਾ ਨਹੀਂ। ਤੇ ਜੇ ਨਨਾਣ ਛੋਟੀ ਹੁੰਦੀ ਸੀ ਤਾਂ ਉਹ ਤਾਂ ਪੁੱਛਣ ਦੱਸਣ ਲਈ ਬਹੁਤ ਸੌਖਾ ਹੋ ਜਾਂਦਾ ਹੁੰਦਾ ਸੀਗਾ। ਤੇ ਜਦੋਂ ਫਿਰ ਨਨਾਣ ਛੋਟੀ ਹੁੰਦੀ ਸੀ ਤਾਂ ਉਹ ਤਾਂ ਹਰੇਕ ਗੱਲ ਪੁੱਛ ਵੀ ਲੈਂਦੀ ਸੀ, ਪੁੱਛ ਤਾਂ ਅਗਲਾ ਸੱਸ ਤੋਂ ਵੀ ਲੈਂਦਾ। ਸੱਸ ਤੋਂ ਉਸ ਟਾਈਮ ਨਾ ਬਹੁਤ ਝੇਪ ਹੁੰਦੀ ਸੀ ਵੀ ਸੱਸ ਦਾ ਉਹਦਾ ਜਿਹੜਾ ਥੋੜਾ ਜਿਹਾ ਉੱਚਾ ਹੋ ਜਾਂਦਾ, ਹਨਾ। ਤੇ ਨਨਾਣ ਜਿਹੜੀ ਹੁੰਦੀ ਸੀ ਵੀ ਉਹ ਉਹਦੇ ਪਰਿਵਾਰ ਹਾਣਜੇ ਦੀ ਹੁੰਦੀ ਸੀ, ਉਹਦੇ ਨਾਲ ਗੱਲ ਕਰਨੀ ਵੀ ਸੌਖੀ ਹੋ ਜਾਂਦੀ ਹੈ। ਤੇ ਵੇਖੋ ਜਿਵੇਂ ਨਨਾਣ ਦਾ ਵਿਆਹ ਹੁੰਦਾ ਸੀ ਤੇ ਇਹ ਜਿਵੇਂ ਬੋਲੀ ਬਣੀ ਹੁੰਦੀ ਹੈ ਵੀ ਜਸ ਖੱਟ ਵੱਢੀਏ ਭਰਜਾਈਏ ਘਰ ਮੇਰੇ ਵੀਰ ਦਾ ਲੱਗੇ, ਹਨਾ। ਤੇ ਉਹ ਨਨਾਣ ਦੇ ਕਹਿਣ ਦਾ ਮਤਲਬ ਇਹ ਹੁੰਦਾ ਵੀ ਘਰ ਤਾਂ ਸਾਰਾ ਮੇਰੇ ਵੀਰ ਦਾ ਹੀ ਲੱਗਦਾ, ਵੀ ਭਰਜਾਈ ਨੂੰ ਐ ਹੁੰਦਾ ਵੀ ਮੇਰੇ ਹਰ ਇੱਕ ਵਿਹਾਰ 'ਚ ਖੁਸ਼ ਹੋ ਕੇ ਰਵੇ, ਹਨਾ, ਮੇਰੇ ਹਰ ਇੱਕ ਖੁਸ਼ੀ ਦੇ ਵਿੱਚ ਨਾਲ ਰਵੇ, ਸਾਂਵਲ ਰਵੇ। ਵੀ ਇੰਨੇ ਨੂੰ ਨਨਾਣ ਨੂੰ ਵੀ ਐਂ ਖੁਸ਼ੀ ਹੁੰਦੀ ਸੀ ਵੀ ਮੇਰੀ ਭਰਜਾਈ ਮੇਰੇ ਨਾਲ ਹੈਗੀ ਹੈ। ਜੀ, ਹੁਣ ਤਾਂ ਭੈਣੇ ਦੇਖੋ ਪ੍ਰਾਹੁਣਚਾਰੀ ਜੇ ਆਪਾਂ ਗੱਲ ਕਰੀਏ, ਹਨਾ, ਵੀ ਘਰ ਦਾ ਜਵਾਈ ਜਿਹੜਾ ਹੁੰਦਾਗਾ, ਆਪਾਂ ਨੂੰ ਕਿੰਨਾ ਚਾਅ ਹੁੰਦਾ ਵੀ ਸਾਡੇ ਘਰੇ ਮਹਿਮਾਨ ਆਉਣਗੇ, ਹਨਾ, ਤੇ ਆਪਾਂ ਐਂ ਕਰਕੇ ਸੇਵਾ ਕਰਾਂਗੇ। ਮੈਨੂੰ ਲੱਗਦਾ ਜਿਹੜੀ ਇੱਕ ਘਰ ਦੀ ਧੀ ਹੁੰਦੀ ਸੀਗੀ ਨਾ, ਉਹ ਸਾਰੇ ਪਿੰਡ ਦੀ ਹੀ ਧੀ ਹੁੰਦੀ ਸੀ। ਮਤਲਬ ਉਹਨਾਂ ਨੂੰ ਬਣਾ ਕੇ ਏਦਾਂ ਰੱਖਦੇ ਸੀ। ਹੁਣ ਜੇ ਆਪਾਂ ਦੇਖ ਲਈਏ ਨਾ, ਹੁਣ ਆਪਣੇ ਮੰਮੀ ਹੋਰੇ ਆਪਦੇ ਪੇਕੀ ਜਾਂਦੇ ਆ, ਉਹ ਸਾਰੇ ਆਪਦੇ ਘਰਾਂ ਦੇ ਵਿੱਚ ਹੋ ਕੇ ਆਉਂਦੇ ਆ, ਹਨਾ, ਤੇ ਉਹ ਵੀ ਉਹਨਾਂ ਨੂੰ ਇੰਨਾ ਮਤਲਬ ਆਪਾਂ ਕਹਿੰਦੇ ਉੱਡ ਕੇ ਮਿਲਦੇ ਆ, ਹਨਾ, ਬਹੁਤ ਡੀਕਦੇ ਹੁੰਦੇ ਅਰਚ ਜੀ। ਤਾਂ ਮਤਲਬ ਉਹ ਇੰਨਾ ਵਧੀਆ ਮਿਲਦੇ ਆ ਉਹਨਾਂ ਨਾਲ, ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਉਹਨਾਂ ਦਾ ਸਕਾ ਜਿਹੜਾ ਘਰ ਹੈ, ਮਤਲਬ ਕਿ ਹਨਾ ਚਾਚੇ ਤਾਏ ਦੇ ਜੇ ਕੋਈ ਪਿੰਡ ਚੋਂ ਆ, ਇੰਨਾ ਵੀ ਨਹੀਂ ਆਪਾਂ ਨੂੰ ਪਤਾ ਲੱਗਦਾ, ਕਿਉਂਕਿ ਉਹ ਨਾ ਆਪਦੀ ਧੀ ਨੂੰ ਵੀ ਮਤਲਬ ਕਿਸੇ ਦੀ ਧੀ ਨੂੰ ਵੀ ਆਪਦੀ ਧੀ ਸਮਝਦੇ ਸੀਗੇ, ਹਨਾ। ਤੇ ਹੁਣ ਜੇ ਮੈਨੂੰ ਲੱਗਦਾ ਆਪਣੇ ਸਕੇ ਚਾਚੇ ਤਾਏ ਦੀ ਧੀ ਵੀ ਵਿਆਹੀ ਜਾਵੇ, ਉਹਨੂੰ ਵੀ ਨਹੀਂ ਆਪਾਂ ਆਪਦੇ ਘਰੇ ਸੱਦਦੇ ਹੈਗੇ, ਹਨਾ। ਤਾਂ ਇਹ ਚੀਜ਼ਾਂ ਕਿੰਨੀਆਂ ਬਦਲ ਗਈਆਂ, ਕਿਉਂਕਿ ਆਪਾਂ ਡਰਦੇ ਆ। ਪਹਿਲਾਂ ਹੁੰਦਾ ਸੀਗਾ ਵੀ
ਕੋਈ ਵੀ ਰਿਸ਼ਤੇਦਾਰ ਆਇਆ ਉਹ ਇੱਕ ਘਰੇ ਮਤਲਬ 15-15 ਦਿਨ ਵੀ ਲਾ ਜਾਂਦੇ ਸੀ, 20-20 ਦਿਨ ਵੀ ਲਾ ਜਾਂਦੇ ਸੀ ਹਨਾ। ਹੁਣ ਮੈਨੂੰ ਲੱਗਦਾ ਆਪਾਂ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਆ ਵੀ ਜੇ ਕੋਈ ਇੱਕ ਦਿਨ ਵੀ ਲਾ ਜੇ ਵੀ ਹਾਂ ਵੀ ਹੁਣ ਸਾਡੇ ਘਰੇ ਰਿਸ਼ਤੇਦਾਰ ਆਏ ਵੀ ਆਪਾਂ ਇਹਨਾਂ ਨੂੰ ਕਿਵੇਂ ਭਜਾਈਏ ਹਨਾ, ਵੀ ਹੁਣ ਸਾਡੇ ਤੋਂ ਸੇਵਾ ਨਹੀਂ ਹੁੰਦੀ ਹੈਗੀ। ਜਿਵੇਂ ਅੱਗੇ ਹੁੰਦਾ ਸੀ, ਅੱਗੇ ਮੋਹ ਪਿਆਰ ਹੀ ਇੰਨਾ ਹੁੰਦਾ ਸੀ, ਅਗਲਾ ਇੱਕ ਦੂਜੇ ਨੂੰ ਡੀਕਦਾ ਹੁੰਦਾ ਸੀ ਹਨਾ, ਤੇ ਹੁਣ ਆ ਵਿੱਚ ਮੈਂ ਮੋਹ ਪਿਆਰ ਹੀ ਘਟ ਗਏ ਅਗਲੇ ਨੂੰ। ਤੇ ਜਿਵੇਂ ਤੁਸੀਂ ਕਿਹਾ ਅੱਗੇ ਕੋਈ ਆ ਜਾਂਦਾ ਤਾਂ ਸੇਵਾ ਪਾਣੀ ਵੀ ਹੁੰਦੀ ਸੀ, ਹਿਸਾਬ ਦੀ ਹੁੰਦੀ ਸੀ। ਹੁਣ ਥੋੜੇ ਜਿਹਾ ਆਪਾਂ ਆਪਦਾ ਵੀ ਜ਼ਿਆਦਾ ਖੇਚਲਦਾਰੀ ਵਧਾ ਲਈ ਹਨਾ, ਤੇ ਮੁੜ ਹੁਣ ਆਪਾਂ ਤੋਂ ਉਹਨੇ ਪੂਰਾ ਆਇਆ ਜਾਂਦਾ ਨਹੀਂ, ਤੇ ਮੁੜ ਕੇ ਅਗਲਾ ਤਾਂ ਹੀ ਇਸ ਕਰਕੇ ਕਿਸੇ ਨੂੰ ਹੁਣ ਡੀਕਦਾ ਹੀ ਨਹੀਂ ਫਿਰ ਜੀ। ਤੇ ਹੁਣ ਤਾਂ ਆਪਾਂ ਇਹ ਵੀ ਕਹਿੰਦੇ ਵੀ ਪਹਿਲੇ ਦਿਨ ਆਇਆ ਪ੍ਰਾਹੁਣਾ, ਦੂਜੇ ਦਿਨ ਧਰਾਉਣਾ, ਤੇ ਤੀਸਰੇ ਦਿਨ ਦਾਦੇ ਭਗਾਉਣਾ ਹੋ ਜਾਂਦਾ ਹਨਾ। ਵੀ ਹੁਣ ਇਹ ਚੀਜ਼ਾਂ ਨਾ ਪੈਸੇ ਨਾਲ ਨਾਪਣ ਲੱਗ ਗਏ ਆਪਾਂ, ਵੀ ਜੇ ਕਿਸੇ ਨੇ ਮੈਨੂੰ ਪੈਸੇ ਦਿੱਤੇ, ਜੇ ਮੈਂ ਉਹਨਾਂ ਦੇ ਗਿਆ ਤਾਂ ਉਹਨਾਂ ਨੇ ਮੈਨੂੰ ਪੈਸੇ ਦੇਣੇ ਸੀ, ਜਾਂ ਮੈਂ ਉਹਨਾਂ ਦੇ ਗਿਆ ਤਾਂ ਮੈਂ ਉਹਨਾਂ ਨੂੰ ਪੈਸੇ ਦੇਣੇ ਹਨਾ। ਮਤਲਬ ਇਹ ਚੀਜ਼ਾਂ ਹੁਣ ਆਪਾਂ ਰਿਸ਼ਤੇ ਪੈਸਿਆਂ ਤੱਕ ਹੀ ਸੀਮਿਤ ਕਰ ਲਿਆ, ਜਦ ਕਿ ਉਹ ਸਾਂਝਾਂ ਜਿਹੜੀਆਂ ਖਤਮ ਹੋ ਗਈਆਂ, ਜਿਹੜੀਆਂ ਪਹਿਲਾਂ ਹੁੰਦੀਆਂ ਸੀਗੀਆਂ। ਵੇਖੋ ਅਰਸ਼, ਜਿਵੇਂ ਜੇਠ ਜਠਾਣੀ ਦਾ ਰਿਸ਼ਤਾ ਇਹ ਵੀ ਬਹੁਤ ਵਧੀਆ ਰਿਸ਼ਤਾ ਹੁੰਦਾ ਨਾ। ਦੋ ਭਰਾ ਪਹਿਲਾਂ ਵਿਆਹਿਆ ਹੋਵੇ ਵੱਡਾ, ਤੇ ਉਹਦੀ ਜਠਾਣੀ ਹੁੰਦੀ ਸੀ ਆਈ ਹੁੰਦੀ, ਤੇ ਦਰਾਣੀ ਨੂੰ ਸੌਖਾ ਹੋ ਜਾਂਦਾ ਸੀ ਹਨਾ। ਉਸ ਘਰੇ ਉਹਨੂੰ ਆਈ ਪਤਾ ਲੱਗ ਜਾਂਦਾ ਸੀ, ਕਿਉਂ ਜਿਹੜੇ ਦਰਾਣੀ ਤੇ ਜਠਾਣੀ ਦਾ ਰਿਸ਼ਤਾ ਇਹ ਭੈਣਾ ਭੈਣਾ ਵਰਗਾ ਹੁੰਦਾ ਹਨਾ, ਤੇ ਉਹਨੂੰ ਸੌਖਾ ਹੁੰਦਾ ਸੀ ਵੀ ਉਹਨੂੰ ਪਤਾ ਲੱਗ ਜਾਂਦਾ ਸੀ ਸਾਰੇ ਪਰਿਵਾਰ ਦੇ ਜੀਅ ਬਾਰੇ, ਸਾਰੇ ਗੱਲਬਾਤ ਜੋ ਵੀ ਪੁੱਛਣੀ ਤੇ ਉਹਨੂੰ ਸੌਖੀ ਹੁੰਦੀ ਸੀ ਪੁੱਛਣੀ। ਤੇ ਅੱਗੇ ਜਿਹੜੀਆਂ ਦਰਾਣੀਆਂ ਹੁੰਦੀਆਂ ਸੀ ਨਾ, ਉਹ ਜੇਠ ਤੋਂ ਵੀ ਘੁੰਡ ਕੱਢਦੀਆਂ ਹੁੰਦੀਆਂ ਸੀ ਆਪਦੇ, ਤੇ ਸਹੁਰੇ ਤੋਂ ਵੀ ਘੁੰਡ ਕੱਢਦੀਆਂ ਸੀ। ਤੇ ਅੱਜ ਕੱਲ ਦੇ ਟਾਈਮ 'ਚ ਤੇ ਵੇਖੋ ਕੋਈ ਸਿਰ ਤੇ ਚੁੰਨੀ ਵੀ ਨਹੀਂ ਲੈਂਦਾ ਹਨਾ, ਤੇ ਘੁੰਡ ਕੱਢਣ ਦੀ ਤਾਂ ਬਹੁਤ ਦੂਰ ਦੀ ਗੱਲ ਹੋ ਗਈ। ਤੇ ਅੱਗੇ ਜੇ ਕਿਸੇ ਨੇ ਜੇਠ ਨੂੰ ਬੁਲਾਉਣਾ ਤਾਂ ਬਹੁਤ ਸੋਚ ਸਮਝ ਕੇ ਜੇ ਬੁਲਾਉਣਾ, ਵੀ ਐਂ ਲੱਗਣਾ ਵੀ ਜਿਵੇਂ ਸਹੁਰੇ ਨੂੰ ਬੁਲਾਉਣਾ ਉਵੇਂ ਜੇਠ ਨੂੰ ਬੁਲਾਉਣਾ ਹਨਾ। ਤੇ ਅੱਜ ਕੱਲ ਇਹ ਗੱਲਾਂ ਨਹੀਂ ਰੰਗਾਂ ਹੀ ਨਹੀਂ ਫਿਰ। ਹਾਂ, ਵਿਆਹ ਤੋਂ ਬਾਅਦ ਤਾਂ ਸਾਰੇ ਰਿਸ਼ਤੇ ਮੈਨੂੰ ਲੱਗਦਾ ਬਦਲ ਹੀ ਜਾਂਦੇ ਆ ਹਨਾ। ਜਿਵੇਂ ਹੁੰਦਾ ਸੀਗਾ ਵੀ ਜਿਹੜਾ ਪਿੰਡ ਦਾ ਨਾਈ ਹੁੰਦਾ ਸੀਗਾ ਉਹੀ ਜਿਹੜਾ ਵਿਚੋਲਾ ਬਣਦਾ ਹੁੰਦਾ ਸੀਗਾ। ਹੁਣ ਮੈਨੂੰ ਲੱਗਦਾ ਵੀ ਆਪਾਂ ਹਰ ਇੱਕ ਚੀਜ਼ ਆਪਦੀ ਮਰਜ਼ੀ ਦੀ ਕਰਦੇ ਆ। ਜੇ ਹੁਣ ਪੜ੍ਹਿਆ ਲਿਖਿਆ ਇੱਕ ਮੁੰਡਾ ਹਨਾ, ਉਹ ਹਮੇਸ਼ਾ ਚਾਹੂਗਾ ਵੀ ਜਿਹੜੀ ਉਹਦੀ ਸਾਥਣ ਹੋਵੇ ਉਹ ਵੀ ਮੇਰੇ ਜਿੰਨੀ ਪੜ੍ਹੀ ਲਿਖੀ ਹੋਵੇ, ਉਨਾ ਮਤਲਬ ਉਹਦਾ ਰੁਤਬਾ ਹੋਵੇ ਹਨਾ, ਉਹਦਾ ਸੁਹੱਪਣ ਵੀ ਓਨਾ ਹੀ ਵਧੀਆ ਹੋਵੇ ਹਨਾ। ਮੈਨੂੰ ਲੱਗਦਾ ਆਪਾਂ 100 ਚੀਜ਼ਾਂ ਦੇਖ ਕੇ ਗਿਣਤੀਆਂ ਮਿਣਤੀਆਂ ਕਰਕੇ ਜਿਹੜਾ ਰਿਸ਼ਤਾ ਹੁਣ ਬਣਾ ਲੈਂਦੇ ਆ। ਤਾਂ ਫਿਰ ਵੀ ਤੁਸੀਂ ਇਹ ਦੇਖੋ ਵੀ ਆਪਾਂ ਦੇਖਦੇ ਆ ਵੀ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਤਲਾਕ ਵਾਲਿਆਂ ਦੀਆਂ ਹਨਾ। ਤਾਂ ਵੀ ਉਹ ਚੀਜ਼ ਜਿਹੜੀ ਪਹਿਲਾਂ ਹੁੰਦੀ ਸੀਗੀ ਉਹ ਚੀਜ਼ਾਂ ਖਤਮ ਹੋ ਗਈਆਂ। ਪਹਿਲਾਂ ਤਾਂ ਆਪਾਂ 1 ਰੁਪਿਆ ਦੇ ਕੇ ਨਾ ਸਾਈ ਦੇ ਕੇ ਆਪਾਂ ਨਾਈ ਨੂੰ ਭੇਜ ਦਿੰਦੇ ਹੁੰਦੇ ਸੀ। ਜਿਵੇਂ ਮੇਰੀ ਦਾਦੀ ਦੱਸਦੇ ਹੁੰਦੇ ਆ ਹਨਾ, ਵੀ ਉਹਨਾਂ ਦਾ ਜਦੋਂ ਰਿਸ਼ਤਾ ਹੋਇਆ ਸੀ ਤੇ ਉਹਨਾਂ ਦੀ ਸਗਾਈ ਨੂੰ ਵੀ ਮਤਲਬ 2.5 ਸਾਲ ਟੱਪ ਗਏ ਸੀ, ਤੇ ਉਹਨਾਂ ਨੂੰ ਫਿਰ ਵੀ ਨਹੀਂ ਪਤਾ ਸੀ ਉਹਨਾਂ ਦਾ ਰਿਸ਼ਤਾ ਕਿੱਥੇ ਹੋਇਆ ਕਿੱਥੇ ਨਹੀਂ ਹਨਾ। ਤੇ ਹੁਣ ਮੈਨੂੰ ਲੱਗਦਾ ਵੀ ਆਪਾਂ ਜਿੰਨਾ ਜ਼ਿਆਦਾ ਆਪਣੇ ਹੁਣ ਇਹ ਚੀਜ਼ਾਂ ਦਾ ਪਰਦਾ ਖੁੱਲ ਚੁੱਕਿਆ ਹਨਾ, ਵੀ ਆਪਾਂ ਆਪਸ 'ਚ ਵੀ ਜੇ ਹਨਾ ਗੱਲਬਾਤ ਕਰਕੇ ਕੁਛ ਵੀ ਕਰਦੇ ਆ ਤਾਂ ਫਿਰ ਵੀ ਉਹ ਰਿਸ਼ਤੇ ਟੁੱਟ ਜਾਂਦੇ ਆ। ਵੇਖੋ ਅਰਸ਼, ਅੱਗੇ ਜਿਹੜਾ ਹੁੰਦਾ ਸੀ ਇੱਕ ਦੂਜੇ ਤੇ ਵਿਸ਼ਵਾਸ ਹੀ ਹੁੰਦਾ ਸੀਗਾ ਹਨਾ। ਤੇ ਜੇ ਨਾਈ ਹੁੰਦਾ ਸੀ ਤੇ ਨਾਈ ਤੇ ਪਿੰਡ ਦੇ ਨੂੰ ਵਿਸ਼ਵਾਸ ਹੁੰਦਾ ਸੀ, ਤਾਂ ਹੀ ਉਹ 1 ਰੁਪਿਆ ਦੇ ਕੇ ਵੀ ਸਗਨ ਪੱਕਾ ਕਰਿਆ ਆਉਂਦਾ ਹੁੰਦਾ ਸੀ। ਤੇ ਜਿਵੇਂ ਤੁਸੀਂ ਦੱਸਿਆ ਮੇਰੀ ਦਾਦੀ ਜੀ ਦਾ 2.5 ਸਾਲ ਰਿਹਾ ਹਨਾ, ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਆ ਵਿੱਚ ਮੈਂ, ਤੇ ਉਹ ਫਿਰ ਚੰਗੀ ਗੱਲ ਸੀ, ਉਹਨਾਂ ਨੂੰ ਆ ਵਿੱਚ ਮੈਂ ਪਤਾ ਵੀ ਨਹੀਂ ਸੀਗਾ ਹਨਾ, ਤੇ ਤਾਂ ਹੀ ਇੰਨਾ ਟਾਈਮ ਉਹਨਾਂ ਦੀ ਨਿਭ ਗਈ ਹਨਾ। ਤੇ ਅੱਜ ਕੱਲ ਜੇ ਆਪਾਂ 2.5 ਸਾਲ ਲੰਘਾਉਣੇ ਹੋਣ ਤਾਂ ਕਿਤੇ ਲੰਘਦੇ ਨਹੀਂ। ਤੇ ਅੱਜ ਕੱਲ ਤਾਂ ਵੇਖੋ ਫੋਨ ਹੈਗੇ, ਵੀ ਜਦੋਂ ਅਗਲੇ ਦਾ ਪੱਕ ਠੱਕ ਹੋ ਜਾਂਦਾ ਉਦੋਂ ਅਗਲਾ ਫੋਨ ਨੰਬਰ ਲੈ ਲੈਂਦਾ ਇੱਕ ਦੂਜੇ ਨਾਲ ਗੱਲ ਕਰਨ ਨੂੰ ਹਨਾ। ਜਦੋਂ ਫਿਰ ਫੋਨ ਤੇ ਗੱਲ ਕਰਦੇ ਕਈ ਵਾਰ ਆਪਾਂ ਤਾਂ ਉੱਚੀ ਨੀਵੀਂ ਗੱਲ ਹੋ ਜਾਂਦੀ, ਤੇ ਫਿਰ ਉੱਥੇ ਫਰਕ ਪੈਂਦਾ ਪੈ ਜਾਂਦਾ ਜੀ। ਹੁਣ ਤਾਂ ਮੈਨੂੰ ਲੱਗਦਾ ਭੈਣੇ ਵੀ ਦੋਸਤੀ ਦਾ ਰਿਸ਼ਤਾ ਵੀ ਨਹੀਂ ਰਿਹਾ ਹਨਾ। ਬਹੁਤ ਸਾਰੇ ਆਪਣੇ ਰਿਸ਼ਤੇ ਹੁੰਦੇ ਆ, ਜਿਵੇਂ ਦੇਖੋ ਤੁਸੀਂ ਆਪਾਂ ਪਹਿਲਾਂ ਸਮਝਦੇ ਹੁੰਦੇ ਸੀਗੇ ਵੀ ਜਿਹੜਾ ਆਪਾਂ ਨੂੰ ਕੋਈ ਕਹਿ ਦਿੰਦਾ ਨਾ ਵੀ ਇਹ ਤਾਂ ਇਹਦਾ ਬਚਪਨ ਦਾ ਦੋਸਤ ਆ, ਕਿਉਂਕਿ ਜਿਹੜਾ ਬਚਪਨ ਦਾ ਦੋਸਤ ਆਪਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਉਹ ਜਿਹੜੀ ਦੋਸਤੀ ਹੈ ਨਾ ਆਪਣੀ ਉਸ ਟਾਈਮ ਤੇ ਪਈ ਹੈ ਜਦੋਂ ਆਪਣੇ ਕੋਲ ਕੁਝ ਵੀ ਨਹੀਂ ਸੀਗਾ ਹਨਾ, ਕਿਉਂਕਿ ਆਪਾਂ ਬਿਨਾਂ ਕਿਸੇ ਸਮਝ ਤੋਂ ਦੋਸਤ ਬਣੇ ਆ। ਹੁਣ ਦੀ ਦੋਸਤੀ ਮੈਨੂੰ ਲੱਗਦਾ ਇਹ ਹੁੰਦੀ ਹੈ ਵੀ ਜੇ ਅਗਲੇ ਕੋਲ ਜ਼ਿਆਦਾ ਪੈਸਾ ਜਾਂ ਅਗਲੇ ਦਾ ਨਾਮ ਹੈਗਾ ਹਨਾ, ਤਾਂ ਆਪਾਂ ਕਹਿ ਦਿੰਦੇ ਵੀ ਹਾਂ ਇਹ ਤਾਂ ਮੇਰਾ ਸਭ ਤੋਂ ਚੰਗਾ ਦੋਸਤ ਆ। ਹੁਣ ਦੋਸਤੀ ਉਸ ਪਲ ਤੇ ਰਹਿ ਗਈ ਆ। ਤੁਸੀਂ ਇਹ ਦੇਖੋ, ਹੁਣ ਆਪਾਂ ਵੇਖ ਕੇ ਦੋਸਤ ਬਣਾਉਂਦੇ ਆ, ਉਹ ਪਿਆਰ ਵੱਲੋਂ ਦੋਸਤ ਨਹੀਂ ਆਪਣੇ ਬਣਦੇ ਫਿਰ। ਹਾਂ, ਤੇ ਹੁਣ ਤੁਸੀਂ ਦੇਖੋ ਵੀ ਜਦੋਂ ਆਪਣੇ ਕੀ ਆ ਆਪਾਂ ਕਹਿ ਦਿੰਦੇ ਆ ਨਾ ਵੀ 3 ਦਿਨ 3 ਹਫ਼ਤੇ ਜਾਂ 3 ਮਹੀਨੇ ਵੀ ਆਪਣੀ ਬਣ ਗਈ ਨਾ ਕਿਸੇ ਨਾਲ, ਤਾਂ ਆਪਾਂ ਕਹਿ ਦਿੰਦੇ ਵੀ ਇਹ ਸਾਰੀ ਉਮਰ ਨਹੀਂ ਹੁਣ ਦੋਸਤੀ ਟੁੱਟਦੀ ਹਨਾ। ਪਰ ਕਈ ਵਾਰ ਐਂ ਹੁੰਦਾ ਜਿਵੇਂ ਹੁਣ ਟਾਈਮ ਬਦਲਦਾ, ਤੇ ਹੁਣ ਆਪਾਂ ਕਹਿ ਦਿੰਦੇ ਵੀ ਜਿਹੜੇ 30 ਵਰ੍ਹਿਆਂ ਵਾਲੀਆਂ ਦੋਸਤੀਆਂ ਵੀ ਉਹ ਇੱਕ ਮਾੜੀ ਜੀ ਗੱਲ ਦੇ ਉੱਤੇ ਟੁੱਟ ਜਾਂਦੀਆਂ। ਮੈਨੂੰ ਲੱਗਦਾ ਜਿੰਨੇ ਚੰਗੇ ਉਹ ਦੋਸਤ ਹੁੰਦੇ ਆ ਉਨੇ ਹੀ ਜਿਹੜੇ ਬੁਰੇ ਦੁਸ਼ਮਣ ਬਣ ਜਾਂਦੇ ਆ। ਬਿਲਕੁਲ ਅਰਸ਼, ਜਿਵੇਂ ਤੁਸੀਂ ਕਿਹਾ ਦੋਸਤ ਅੱਗੇ ਹੁੰਦੇ ਸੀ, ਜਿਵੇਂ ਆਪਣੇ ਡੈਡੀ ਵਰਗੇ ਵੀ ਦੱਸਦੇ ਹੁੰਦੇ ਸੀ ਬਹੁਤ ਪੁਰਾਣੇ ਦੋਸਤ ਹੁੰਦੇ ਸੀ, ਤੇ ਨਿਭ ਵੀ ਜਾਂਦੀ ਹੁੰਦੀ ਸੀ ਹਨਾ। ਤੇ ਅੱਜ ਕੱਲ ਨਵੇਂ ਮੁੰਡਿਆਂ ਦੀ ਦੋਸਤੀ ਵੀ ਬਣ ਜਾਂਦੀ, ਚਲੋ ਕੁੜੀਆਂ ਦੀ ਵੀ ਬਣ ਜਾਂਦੀ, ਵੇਖੋ ਬਣ ਵੀ ਜਾਂਦੀ। ਫਿਰ ਫੋਨ ਤੇ ਵੀ ਇੱਕ ਦੂਜੇ ਨੂੰ ਜੇ ਕੋਈ ਗੱਲ ਹੁੰਦੀ ਮੈਸੇਜ ਭੇਜ ਦਿੰਦੇ ਹਨਾ, ਤੇ ਬਿੰਦ ਵਿੱਚ ਦੀ ਤਾਂ ਦੋਸਤ ਬਣ ਜਾਂਦੇ ਤੇ ਬਿੰਦ ਵਿੱਚ ਦੀ ਵੀ ਟੁੱਟ ਜਾਂਦੀ ਹਨਾ। ਤੇ ਆਈ ਹੈ ਨੀ ਵੀ ਇਹ ਦੋਸਤੀ ਸਾਡੀ ਪੱਕੀ ਹੈ ਵੀ ਪੱਕੀ ਨਿਭੂਗੀ। ਵੀ ਕੋਈ ਇੱਕ ਪਰਟੀਕੂਲਰ ਹੈ ਨੀਗਾ ਵੀ ਹਾਂ ਆ ਮੇਰਾ ਦੋਸਤ ਤੇ ਹਮੇਸ਼ਾ ਮੇਰੇ ਨਾਲ ਰਹੂਗਾ ਹਨਾ, ਕਿਉਂਕਿ ਆਪਾਂ ਕਿਸੇ ਤੇ ਅੱਜ ਕੱਲ ਭਰੋਸਾ ਨਹੀਂ ਕਰ ਸਕਦੇ ਹੈਗੇ। ਤੇ ਇਸ ਦੇ ਨਾਲ ਹੀ ਵਕਤ ਹੋ ਗਿਆ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਬਿਲਕੁਲ ਅਰਸ਼, ਇਸੇ ਤਰ੍ਹਾਂ ਦਰਸ਼ਕਾਂ ਨਾਲ ਨਿਤ ਸਾਂਝ ਨਵੀਂ ਪਾਉਂਦੇ ਰਵਾਂਗੇ ਜੀ। ਫਿਰ ਮਿਲਦੇ ਆ ਕਿਸੇ ਨਵੇਂ ਟੌਪਿਕ ਦੇ ਨਾਲ ਤੇ ਕਰਦੇ ਆ ਗੱਲਬਾਤ। ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ, ਸਾਡੀ ਵਿਰਾਸਤ ਸਾਡੀ ਪਹਿਚਾਣ।